Welcome to the lecture of engineering material. My name is Amit Verma from mechanical department. Sorry, ਆ ਚੈਪਟਰ ਨੇਮ ਹੈਗਾ ਆਪਣਾ ਮਾਡਰਨ ਮਟੀਰੀਅਲ। ਸੋ ਚੈਪਟਰ ਨੇਮ ਇੱਥੋਂ ਮੈਂ ਲਿਖਣਾ ਯਾਦ ਭੁੱਲ ਗਿਆ, ਸੌਰੀ। ਆਪਣਾ ਹੈਗਾ ਮਾਡਰਨ ਮਟੀਰੀਅਲ। ਇਸਦਾ ਜੋ ਫਸਟ ਟੌਪਿਕ ਹੈਗਾ ਸੈਰਾਮਿਕਸ। ਜੋ ਮਾਡਰਨ ਮਟੀਰੀਅਲ ਦੇ ਵਿੱਚ ਸਭ ਤੋਂ ਪਹਿਲਾਂ ਜੋ ਆਉਂਦਾ ਹੈ ਮਟੀਰੀਅਲ, ਉਹ ਹੁੰਦਾ ਹੈ ਸੈਰਾਮਿਕ। ਸੋ ਸੈਰਾਮਿਕ ਇੱਕ ਆਪਣਾ ਐਡਵਾਂਸਡ ਮਟੀਰੀਅਲ ਹੈ ਜੋ ਕਿ ਆਪਾਂ ਅੱਜ ਦੇ ਸਮੇਂ ਵਿੱਚ ਯੂਜ਼ ਕਰਦੇ ਹਾਂ। ਸੈਰਾਮਿਕ ਵੈਸੇ ਹੁੰਦਾ ਕੀ ਹੈ? ਸੋ ਵਟ ਇਜ਼ ਸੈਰਾਮਿਕਸ? ਸੈਰਾਮਿਕਸ ਇਜ਼ ਏ ਮਟੀਰੀਅਲ ਡੈਟ ਇਜ਼ ਨਾਈਦਰ ਮੈਟੈਲਿਕ ਨੋਰ ਔਰਗੈਨਿਕ। ਨਾ ਹੀ ਇਹ ਮੈਟੈਲਿਕ ਹੁੰਦਾ ਹੈ ਅਤੇ ਨਾ ਹੀ ਇਹ ਔਰਗੈਨਿਕ ਹੁੰਦਾ ਹੈ। ਮੀਨਸ ਕਿ ਇਹ ਨੋਨ ਮੈਟੈਲਿਕ ਮਟੀਰੀਅਲ ਕਿਹਾ ਜਾਂਦਾ ਇਸਨੂੰ। ਇਟ ਮੇ ਬੀ ਕ੍ਰਿਸਟਲਾਈਨ, ਗਲਾਸੀ ਐਂਡ ਬੋਥ ਕ੍ਰਿਸਟਲਾਈਨ ਐਂਡ ਗਲਾਸੀ। ਸੋ ਇਸਦਾ ਜੋ ਇੰਟਰਨਲ ਸਟਰਕਚਰ ਹੁੰਦਾ ਹੈ, ਮੋਲੀਕੂਲਰ ਸਟਰਕਚਰ ਹੁੰਦਾ, ਉਹ ਕ੍ਰਿਸਟਲਾਈਨ ਹੁੰਦਾ ਜਾਂ ਇਹ ਗਲਾਸੀ ਹੁੰਦਾ। ceramics are typically hard and chemically non-reactive, can be formed or densified with heat। ਸੋ ceramics ਜਿਹੜੇ ਆ ਇੱਕ ਹਾਰਡ ਮਟੀਰੀਅਲ ਹੁੰਦੇ ਆ ਜੋ ਕਿ ਨੋਨ ਰਿਐਕਟਿਵ ਇਨਰਟ ਹੁੰਦੇ ਆ, ਕਿਸੇ ਵੀ ਮਟੀਰੀਅਲ ਨਾਲ ਰਿਐਕਟ ਨਹੀਂ ਕਰਦੇ। ਸੋ ਸੈਰਾਮਿਕ ਦੀ ਜਿਹੜੀ ਸਭ ਤੋਂ ਮੇਨ ਚੀਜ਼ ਤੁਹਾਨੂੰ ਐਗਜ਼ਾਮਪਲ ਦੇ ਸਕਦਾ ਹਾਂ, ਜੋ ਆਪਣੇ ਜੋ ਘਰਾਂ ਦੇ ਵਿੱਚ ਜੋ ਟਾਇਲਸ ਵਗੈਰਾ ਲਾਈ ਜਾਂਦੀਆਂ ਆ, ਤਾਂ ਜੋ ਚੀਨੀ ਦੇ ਬਰਤਨ ਬਣਦੇ ਆ, ਠੀਕ ਹੈ, ਜਿੱਥੇ ਕਿ ਆਪਣੇ ਇਲੈਕਟ੍ਰੋਨਿਕ ਡਿਵਾਈਸਿਸ ਦੇ ਵਿੱਚ ਫਿਊਜ਼ਿਸ ਲੱਗੇ ਹੁੰਦੇ ਆ, ਉੱਥੇ ਸੈਰਾਮਿਕ ਮਟੀਰੀਅਲ ਦਾ ਯੂਜ਼ ਕੀਤਾ ਜਾਂਦਾ ਕਿਉਂਕਿ ਇਹ ਇਨਸੂਲੇਟਰ ਵੀ ਆ ਅਤੇ ਸੈਮੀ ਕੰਡਕਟਰ ਵੀ ਆ, ਠੀਕ ਹੈ। ਸੋ ਇਸ ਦੀਆਂ ਮੇਨ ਐਗਜ਼ਾਮਪਲ ਹੈ ਸੈਰਾਮਿਕਸ ਦੀ। ਸੈਰਾਮਿਕਸ ਆਰ ਮੋਰ ਦੈਨ ਪੋਟਰੀ ਐਂਡ ਡਿਸ਼ਿਸ। ਸੋ ਠੀਕ ਹੈ, ਪੋਟਰੀ ਐਂਡ ਡਿਸ਼ਿਸ, clay, bricks, tiles, glass and cements are probably the best known examples। ਸੋ ਇਹਦੀਆਂ ਸਾਰੀਆਂ ਐਗਜ਼ਾਮਪਲਸ ਤੁਹਾਨੂੰ ਦੇ ਦਿੱਤੀਆਂ। clay, bricks, tiles, glass, ceramics material are used in electronic because depending on their composition they may be semi-conducting, superconducting, ferroelectric and insulator। ਸੈਰਾਮਿਕ ਮਟੀਰੀਅਲ ਜਿਹੜਾ ਆ ਉਹ ਇਲੈਕਟ੍ਰੋਨਿਕ ਡਿਵਾਈਸਿਸ ਦੇ ਵਿੱਚ ਇਸ ਲਈ ਯੂਜ਼ ਕੀਤਾ ਜਾਂਦਾ ਕਿਉਂਕਿ ਉਸਦੀ ਜੋ ਮੇਨ ਕੰਪੋਜੀਸ਼ਨ ਹੁੰਦੀ ਆ ਉਸਨੂੰ ਸੈਮੀ ਕੰਡਕਟਰ ਦੇ ਰੂਪ ਵਿੱਚ ਵੀ ਯੂਜ਼ ਕੀਤਾ ਜਾਂਦਾ, ਸੁਪਰ ਕੰਡਕਟਿੰਗ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ, ਫੀਰੋ ਇਲੈਕਟ੍ਰਿਕ ਐਂਡ ਇੰਸੂਲੇਟਰ ਵੀ ਬਣਾਇਆ ਜਾਂਦਾ। ਸੋ ਇਸਦੀਆਂ ਡਿਫਰੈਂਟ ਪ੍ਰੋਪਰਟੀਜ਼ ਹੈ, ਇਸ ਨੂੰ ਕਿਸ ਤਰੀਕੇ ਨਾਲ ਬਣਾਇਆ ਜਾਂਦਾ ਸੈਰਾਮਿਕਸ ਨੂੰ, ਉਹਦੇ ਦੁਆਰਾ ਹੀ ਇਸ ਦੀਆਂ ਪ੍ਰੋਪਰਟੀਜ਼ ਬਣ ਜਾਂਦੀਆਂ। ਸੋ ਜੇਕਰ ਆਪਾਂ ਨੂੰ ਇੰਸੂਲੇਟਰ ਚਾਹੀਦਾ, ਸੋ ਇੰਸੂਲੇਟਰ ਜੇਕਰ ਚਾਹੀਦਾ ਉਸ ਦੀਆਂ ਉਸੇ ਤਰੀਕੇ ਨਾਲ ਇਸ ਨੂੰ ਬਣਾਉਣਾ ਪਏਗਾ। ਜੇਕਰ ਆਪਾਂ ਨੂੰ ਸੁਪਰ ਕੰਡਕਟਰ ਬਣਾਉਣਾ ਹੈ ਤਾਂ ਉਸੇ ਤਰੀਕੇ ਨਾਲ ਉਸਨੂੰ ਮੈਨੂਫੈਕਚਰ ਕਰਨਾ ਪਏਗਾ। ਸੋ ਸੈਰਾਮਿਕਸ ਬਣਦੇ ਕਿੱਥੋਂ ਆ, ਕਿਸ ਮਟੀਰੀਅਲ ਦੇ ਬਣਦੇ ਆ? ਇਹ ਬਣਦੇ ਆ ਸੈਰਾਮਿਕ ਮਟੀਰੀਅਲਸ ਹੁੰਦੇ ਆ ਚੀਕਨੀ ਮਿੱਟੀ, ਜਿਸ ਨੂੰ ਆਪਾਂ ਚੀਕਨੀ ਮਿੱਟੀ ਕਰਦੇ ਹਾਂ। ਚੀਕਨੀ ਮਿੱਟੀ ਨੂੰ ਆਪਾਂ ਜੋ ਸੈਂਡ ਹੁੰਦੀ ਆ ਉਹ ਵਾਲੀ, ਉਸ ਨੂੰ ਆਪਾਂ ਹਾਈ ਟੈਂਪਰੇਚਰ 'ਤੇ ਲਿਜਾ ਕੇ ਹੀਟ ਕਰਦੇ ਹਾਂ, ਹੀਟ ਕਰਕੇ ਉਸ ਨੂੰ ਠੰਡਾ ਕਰਦੇ ਹਾਂ। ਸੋ ਉਸ ਤੋਂ ਆ ਸੈਰਾਮਿਕ ਮਟੀਰੀਅਲ ਬਣਦਾ। ਇਹਦੀਆਂ ਪ੍ਰੋਪਰਟੀਜ਼ ਕੀ ਆ? ਹਾਈ ਮੈਲਟਿੰਗ ਪੁਆਇੰਟ, ਇਹਦੀ ਜੋ ਮੈਲਟਿੰਗ ਪੁਆਇੰਟ ਹੈ ਬਹੁਤ ਜ਼ਿਆਦਾ ਹਾਈ ਹੁੰਦਾ ਹੈ ਕਿਉਂਕਿ ਇਸ ਨੂੰ ਬਣਾਉਣ ਵੇਲੇ ਹੀ ਬਹੁਤ ਜ਼ਿਆਦਾ ਟੈਂਪਰੇਚਰ ਪ੍ਰੋਡਿਊਸ ਕਰਨਾ ਪੈਂਦਾ। ਗ੍ਰੇਟ ਹਾਰਡਨੈਸ ਐਂਡ ਸਟਰੈਂਥ, ਸੋ ਇਹਦੀ ਜੋ ਹਾਰਡਨੈਸ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਹੈ, ਸਟਰੈਂਥ ਵੀ ਬਹੁਤ ਜ਼ਿਆਦਾ ਹੁੰਦੀ। ਇਹਦੀ ਜੋ ਮਟੀਰੀਅਲ ਦੀ ਜੋ ਮੇਨ ਪ੍ਰੋਪਰਟੀ ਹੁੰਦੀ ਹੈ ਬ੍ਰਿਟਲਨੈਸ, ਕਿ ਉਸਦਾ ਜੋ ਮਟੀਰੀਅਲ ਹੁੰਦਾ ਬਹੁਤ ਬ੍ਰਿਟਲ ਹੁੰਦਾ। ਲੋ ਇਲੈਕਟ੍ਰੀਕਲ ਐਂਡ ਥਰਮਲ ਕੰਡਕਟੀਵਿਟੀ, ਸੋ ਲੋ ਇਲੈਕਟ੍ਰੀਕਲ ਐਂਡ ਥਰਮਲ ਮੀਨਸ ਕਿ ਇਸ ਦੇ ਉੱਪਰ ਹੀਟ ਐਂਡ ਇਲੈਕਟ੍ਰੀਸਿਟੀ ਦਾ ਕੋਈ ਵੀ ਇਫੈਕਟ ਨਹੀਂ ਹੁੰਦਾ। ਸੋ ਇਸ ਨੂੰ ਇੰਸੂਲੇਟਰ ਵੀ ਕਿਹਾ ਜਾਂਦਾ। ਇਲੈਕਟ੍ਰੀਕਲ ਐਂਡ ਥਰਮਲ ਇੰਸੂਲੇਟਰ ਮੀਨਸ ਕਿ ਇਹ ਹੀਟ ਐਂਡ ਇਲੈਕਟ੍ਰੀਸਿਟੀ ਤੋਂ ਬਚਾਉਂਦਾ ਹੈ ਸੈਰਾਮਿਕ। ਕੈਮੀਕਲ ਇਨਰਟਨੈਸ ਮੀਨਸ ਕੀ ਹੈ, ਕਿਸੇ ਵੀ ਗੈਸਿਸ ਨਾਲ, ਕਿਸੇ ਵੀ ਅਦਰ ਮਟੀਰੀਅਲ ਨਾਲ ਈਜ਼ੀਲੀ ਰਿਐਕਟ ਨਹੀਂ ਹੁੰਦਾ। ਸੋ ਉਸਨੂੰ ਕੀ ਕਹਿੰਦੇ ਆ? ਕੈਮੀਕਲ ਇਨਰਟਨੈਸ। ਆਲਸੋ ਦੇ ਆਰ ਜਨਰਲੀ ਹਾਰਡ ਐਂਡ ਬ੍ਰਿਟਲ ਵਿਦ ਵੈਰੀ ਗੁੱਡ ਕੈਮੀਕਲ ਐਂਡ ਥਰਮਲ ਸਟੇਬਿਲਿਟੀ। ਸੋ ਜਿੱਦਾਂ ਦਾ ਇਸ ਨੂੰ ਬਣਾਇਆ ਜਾਂਦਾ, ਜਦੋਂ ਇਸ ਨੂੰ ਅਦਰ ਮਟੀਰੀਅਲਸ ਨਾਲ ਕੈਮੀਕਲੀ ਰਿਐਕਟ ਕਰਵਾ ਕੇ ਬਣਾਇਆ ਜਾਂਦਾ, ਸੋ ਉਸਦੀ ਜੋ ਪ੍ਰੋਪਰਟੀਜ਼ ਬਣ ਜਾਂਦੀਆਂ ਉਹ ਬਣ ਜਾਂਦੀ ਹੈ, ਹਾਰਡ ਬਣ ਜਾਂਦਾ, ਬ੍ਰਿਟਲ ਬਣ ਜਾਂਦਾ, ਠੀਕ ਹੈ। ਸੋ ਉਸਦੀ ਜੋ ਥਰਮਲ ਸਟੇਬਿਲਿਟੀ, ਹੀਟ ਦੇ ਉੱਪਰ
ਖੜੇ ਹੋਣ ਦੀ ਜੋ ਸਟੇਬਿਲਿਟੀ ਹੁੰਦੀ ਹੈ, ਹੀਟ ਨੂੰ ਸਹਿਣ ਕਰਨ ਦੀ ਸ਼ਕਤੀ ਹੁੰਦੀ ਹੈ, ਉਹ ਵੱਧ ਜਾਂਦੀ ਹੈ। ਪਹਿਲਾਂ ਜੋ ਦੋ ਤਰ੍ਹਾਂ ਦੀ ਸੈਰਾਮਿਕਸ ਯੂਜ਼ ਕੀਤੇ ਜਾਂਦੇ, ਫਸਟਲੀ ਟਰੈਡੀਸ਼ਨਲ, ਸੈਕਿੰਡ ਇਜ਼ ਐਡਵਾਂਸ। ਸੋ ਟਰੈਡੀਸ਼ਨਲ ਜਿਹੜੇ ਪੁਰਾਣੇ ਜੋ ਸੈਰਾਮਿਕਸ ਉਹ ਕਿਹੜੇ ਯੂਜ਼ ਕੀਤੇ ਜਾਂਦੇ ਨੇ, ਬਾਲ ਕਲੇ, ਚਾਈਨਾ ਕਲੇ, ਫੀਲਡਸਪਾਰ, ਸਿਲਿਕਾ, ਡੋਲੋਮਾਈਟ, ਟਾਕ, ਕੈਲਕਲਾਈਟ ਐਂਡ ਨੈਪੀਲਾਈਨ ਆਰ ਦੀ ਕਾਮਨ ਮਟੀਰੀਅਲ ਯੂਜ਼ ਫॉर ਮੋਸਟ ਆਫ ਦੀ ਸੈਰਾਮਿਕ ਪ੍ਰੋਡਕਟ। ਸੋ ਇਹ ਆਪਣੇ ਟਰੈਡੀਸ਼ਨਲ ਜੋ ਸੈਰਾਮਿਕ ਮਟੀਰੀਅਲ ਸੀਗੇ ਜੋ ਪਹਿਲਾਂ ਯੂਜ਼ ਕੀਤੇ ਜਾਂਦੇ, ਜੋ ਆਪਣਾ ਜੋ ਪਾਊਡਰ ਬਣਦਾ ਹੈ, ਜੋ ਆਪਾਂ ਸਮਰ ਸੀਜ਼ਨ ਦੇ ਵਿੱਚ ਪਾਊਡਰ ਵੀ ਯੂਜ਼ ਕਰਦੇ ਹਾਂ, ਟਾਕ ਯੂਜ਼ ਕਰਦੇ ਹਾਂ, ਟਾਕ ਉਸ ਨੂੰ ਵੀ ਆਪਾਂ ਸੈਰਾਮਿਕ ਕਹਿੰਦੇ ਹਾਂ। ਈਵਨ ਰੋ ਮਟੀਰੀਅਲ ਕੰਟਰੀਬਿਊਟ ਸਰਟਨ ਪ੍ਰੋਪਰਟੀ ਸੱਚ ਐਜ਼ ਡਰਾਈ ਸਟਰੈਂਥ, plasticity, shrinkage to be ceramic body. Therefore, by careful selection of material, desired properties are acquired to the final output. So, final output ਦੇ ਲਈ ceramics ਨੂੰ ਪਹਿਲਾਂ ਦੀ ਜੋ ਮੇਨ ਪ੍ਰੋਪਰਟੀਜ਼ ਉੱਪਰ ਧਿਆਨ ਦੇਣਾ ਬਹੁਤ ਜ਼ਰੂਰੀ ਆ। ਪਾਊਡਰ preparation is a major consideration in ceramic industry. ਸੋ ਜਿੰਨੇ ਵੀ ਤਰ੍ਹਾਂ ਦਾ ਜੋ ਪਹਿਲਾਂ ਪਾਊਡਰ ਬਣਦਾ ਸੀਗਾ ਟਰੈਡੀਸ਼ਨਲ, ਉਹ ਸੈਰਾਮਿਕਸ ਤੋਂ ਹੀ ਬਣਦਾ ਸੀ। ਨੈਕਸਟ ਹੈ ਐਡਵਾਂਸ ਸੈਰਾਮਿਕਸ। Advanced ceramics are specially type of ceramics used in mainly for electrical, electronic and optical and magnetic applications. ਸੋ ਪਹਿਲਾਂ ਜੋ ਟਰੈਡੀਸ਼ਨਲ ਸੀਗਾ ਸੈਰਾਮਿਕ ਉਹ ਕਿੱਥੇ ਯੂਜ਼ ਕੀਤਾ ਜਾਂਦੇ, ਸੋ ਸਿੰਪਲ ਪ੍ਰੋਡਕਟਸ ਬਣਾਉਣ ਵਿੱਚ ਯੂਜ਼ ਕੀਤਾ ਜਾਂਦਾ। ਮਗਰ ਜੋ ਐਡਵਾਂਸਡ ਜੋ ਅੱਜ ਸੈਰਾਮਿਕਸ ਯੂਜ਼ ਕੀਤਾ ਜਾਂਦਾ ਉਹ ਕਿੱਥੇ ਯੂਜ਼ ਕੀਤਾ ਜਾਂਦਾ, ਇਲੈਕਟ੍ਰੋਨਿਕ ਕੰਪੋਨੈਂਟਸ, ਇਲੈਕਟ੍ਰੀਕਲ ਕੰਪੋਨੈਂਟਸ, ਠੀਕ ਹੈ, ਮੈਗਨੈਟਿਕ ਜਿੱਥੇ ਮੈਗਨੈਟਿਕ ਕੰਪੋਨੈਂਟਸ ਦੇ ਵਿੱਚ ਬਣਾਉਣ ਦੇ ਕੰਮ ਆਉਂਦਾ। ਦਿਸ ਸੈਕਟਰ ਇਜ਼ ਅ ਡਿਫਰੈਂਟ ਫਰੋਮ ਟਰੈਡੀਸ਼ਨਲ ceramic due to the fact ceramic powder preparation is quite important. Advanced production techniques are employed to assure that the produced ceramic powder possess sufficient purity. ਸੋ ਪਹਿਲਾਂ ਜੋ ਟਰੈਡੀਸ਼ਨਲ ਵੇ ਦੇ ਨਾਲ ਸੈਰਾਮਿਕ ਤਿਆਰ ਕੀਤਾ ਜਾਂਦਾ ਸੀਗਾ ਪਾਊਡਰ ਦੇ ਵਿੱਚ, ਸੋ ਉਹ ਇੰਪਿਊਰਿਟੀਜ਼ ਹੁੰਦੀਆਂ ਸੀ ਉਸ ਦੇ ਵਿੱਚ। ਸੋ ਅੱਜ ਜੋ ਨਵੀਂ ਟੈਕਨੋਲੋਜੀ ਦੇ ਨਾਲ ਜੋ ਐਡਵਾਂਸਡ ਸੈਰਾਮਿਕ ਤਿਆਰ ਕੀਤਾ ਜਾਂਦਾ ਉਸ ਦੇ ਵਿੱਚ ਧਿਆਨ ਰੱਖਿਆ ਜਾਂਦਾ ਕਿ ਇਸ ਦੀ ਜੋ ਪ੍ਰੋਪਰਟੀਜ਼ ਦੇ ਉੱਪਰ ਕਾਫੀ ਕੰਮ ਕੀਤਾ ਜਾਂਦਾ। ਜਨਰਲੀ ਕੈਮੀਕਲ ਰਿਐਕਸ਼ਨ ਆਰ ਯੂਜ਼ ਟੂ ਪ੍ਰੋਡਿਊਸ ਸੈਰਾਮਿਕ ਪਾਊਡਰ ਸੱਚ ਐਜ਼ SOL ਜੈਲ ਐਂਡ SiCl4 ਲਿਕੁਇਡ। ਸੋ ਅੱਜ ਜੋ ਐਡਵਾਂਸ ਸੈਰਾਮਿਕ ਆ ਇਸ ਨੂੰ ਕੈਮੀਕਲ ਰਿਐਕਸ਼ਨਸ ਕਰਵਾ ਕੇ ਪਾਊਡਰ ਤਿਆਰ ਕੀਤਾ ਜਾਂਦਾ। ਇਸ ਦੀ ਜੋ ਮੇਨ ਐਗਜ਼ਾਮਪਲਸ ਹੈਗੀਆਂ SO ਜੈਲ, ਠੀਕ ਹੈ, liquid gas reaction like NH3 gas and SiCl4 liquid to produce Si3N4, ਠੀਕ ਹੈ। ਸੋ ਇਸ ਤਰ੍ਹਾਂ ਦੇ ਜੋ ਇਸ ਨੂੰ ਰਿਐਕਟਨ ਕਰਵਾ ਕੇ ਦੋ ਚੀਜ਼ਾਂ ਨੂੰ ਜਦੋਂ ਰਿਐਕਟ ਕਰਵਾ ਕੇ ceramic powders ਨੂੰ ਬਣਾਇਆ ਜਾਂਦਾ। ਮੇਨਲੀ ਆਫ these method are very costly, therefore powder preparation is always the cost factor in the advanced ceramic industry. ਸੋ ਉਹ ਜਿਹੜੇ ਪ੍ਰੋਸੈਸ ਆ ਕਾਫੀ ਕੋਸਟਲੀ ਹੁੰਦੇ ਆ। ਸੋ ਜੋ ਮੇਨ ਜੋ ਲੈਸਟ ਕੋਸਟਲੀ ਜੋ ਐਡਵਾਂਸ ਮਟੀਰੀਅਲ ਨੂੰ ਬਣਾਉਣ ਦਾ ਜੋ ਤਰੀਕਾ ਆ ਉਹ ਪਾਊਡਰ ਪ੍ਰਿਪਰੇਸ਼ਨ ਦਾ ਹੈ। ਸੋ ਠੀਕ ਹੈ, ਜੋ ਅੱਜ ਸੈਰਾਮਿਕਸ ਨੂੰ ਆਪਾਂ ਤੁਸੀਂ ਸਮਝਿਆ, ਦੋ ਸੈਰਾਮਿਕਸ ਮਟੀਰੀਅਲ ਕੀ ਹੁੰਦੇ ਆ ਐਂਡ ਉਹਦੀਆਂ ਟਾਈਪਸ ਨੂੰ ਸਮਝਿਆ। ਥੈਂਕ ਯੂ।